मोटरवे ज्यादती केस का जो मरकजी मुलजिम है आबिद, वो एक मरतबा नहीं, दो मरतबा नहीं, चौथी मरतबा पंजाब पुलिस को चकमा देने में कामयाब हुआ है। यानी शाहिदीन बताते हैं कि वो तकरीबन 1 से 1.5 घंटा यहाँ पर मौजूद रहा है और अपनी साली किश्वर से 20 से 25 मिनट गुफ्तगू की। जो उसकी साली हैं वो आबिद के बारे में क्या इंकशाफात करती हैं। आके मेरे लागे भी मैं आबिद हां, बोली ना मेरे पारक के जा मेरे नाल। अस्सलाम वालेकुम नाज़रीन, आप देख रहे हैं उर्दू पॉइंट। मैं हूं फारूक शहबाज वड़ाइच। मोटरवे ज्यादती केस को शुरू से लेकर अब तक हम कवर करते आए हैं और हमने आपको वो पहलू भी दिखाए हैं जो आपके सामने नहीं थे। आज मैं मौजूद हूँ ननकाना साहब और यहाँ पर मेरे बिल्कुल राइट साइड पे ये जो पार्क है, कल यहाँ से मोटरवे ज्यादती केस का जो मरकजी मुलजिम है आबिद, वो एक मरतबा नहीं, दो मरतबा नहीं, चौथी मरतबा पंजाब पुलिस को चकमा देने में कामयाब हुआ है। और ये पार्क है और लेफ़्ट साइड पे ये जो मैं आपको ये मेरे जो मोहल्ले नज़र आ रहे हैं, यहाँ पर आके जो शाहिदीन बताते हैं कि वो तकरीबन 1 से 1.5 घंटा यहाँ पर मौजूद रहा है। यहाँ पर थड़े पर बैठा रहा, यहाँ पर चाय पी और अपनी साली किश्वर से उसने 20 से 25 मिनट गुफ्तगू की। उस गुफ्तगू में उसने क्या कहा था और जो उसकी साली हैं वो आबिद के बारे में क्या इंकशाफात करती हैं, आइए उन्हीं की जुबानी आपको सुनाते हैं। कल के टाइम ਤੁਹਾਡੇ ਕੋਲ ਆਇਆ, किस तरह पता चलिਆ? ਤੁਰਿਆ ਹੁੰਦਾ ਹੈ, ਮੇਰੀ ਨਜ਼ਰ ਪਈ ਹੁੰਦਾ ਬੰਦੇ ਬਿਨਾਂ ਸਾਰੇ ਕੋਲ ਨਜ਼ਰ ਪੈ ਜਾਂਦੀ, ਮੇਰੀ ਨਜ਼ਰ ਪਈ ਹੁੰਦੀ ਤੇ ਉਹਨੇ ਇੱਕ ਵਾਰੀ ਇਸ਼ਾਰਾ ਕੀਤਾ, ਫਿਰ ਦੂਸਰੀ ਵਾਰੀ ਮੈਂ ਨਜ਼ਰ ਮਾਰੀ, ਫਿਰ ਵੀ ਉਹਨੇ ਇਸ਼ਾਰਾ ਕੀਤਾ। ਤੁਸੀਂ ਆਬਦ ਨੂੰ ਇੰਨੀ ਦੇਰ ਚ ਪਹਿਚਾਨੇ ਹੀ ਨਹੀਂ ਕਿ 3 ਮਰਤਬਾ ਉਹਨੇ ਇਸ਼ਾਰਾ ਕੀਤਾ, ਤੁਹਾਨੂੰ ਕੀ ਲੱਗਿਆ ਕਿ ਕੌਣ ਇਸ਼ਾਰਾ ਕਰ ਰਿਹਾ? ਨਹੀਂ, ਜਦੋਂ ਫਿਰ ਉਹਨੇ ਕਿਹਾ ਨਾ ਆ ਕੇ ਮੇਰੇ ਲਾਗੇ ਵੀ ਮੈਂ ਆਬਿਦ ਹਾਂ, ਬੋਲੀ ਨਾ ਮੈਨੂੰ ਇੰਨੀ ਗੱਲ ਨਹੀਂ ਕਹੀ, ਮੈਂ ਆਬਿਦ ਹਾਂ ਤੇ ਬੋਲਣਾ ਨਹੀਂ, ਠੀਕ ਹੈ ਨਾ, ਤੇ ਮੈਨੂੰ ਪਾਰਕ ਕੇ ਜਾ ਮੇਰੇ ਨਾਲ। ਹਾਂ, ਮੇਰੀ ਗੱਲ ਕੀਤੀ ਵੀ ਪਾਰਕ ਦੇ ਵਿੱਚ ਤੇ ਮੈਂ ਨਹੀਂ ਅੱਗੋਂ ਬਾਤ ਦਿੱਤੀ ਕੋਈ ਵੀ। ਉਸ ਟਾਈਮ ਤੇ मैं उदू छेती छेती जो अगे लंघ गया, मैं पिछे दी हो गया, मैं बाइक ले चली गई, मैं उधर फोन करवाया पुलिस वाला वन भाई वाले कल मेरे टाइम मोबाइल हो गया, मैं उदू जाके कॉल करवाई पुलिस वाले ने कॉल की सारा कुछ किया। मैंने तकरीबन 10 मिनट लग गए, फिर मैं उधरों दिखाइया उत्थे कला मस्जिद ਉਦੋਂ ਤੱਕ ਤੁਸੀਂ ਉਹਨੂੰ ਦੱਸ ਚੁੱਕੇ ਸੀ ਕਿ ਜਿਹੜਾ ਮੋਟਰਵੇ ਵਾਲਾ ਕੰਮ ਹੋਇਆ ਔਰਤ ਵਾਲਾ ਜੈਤੀ ਵਾਲਾ, ਤੁਹਾਨੂੰ ਪਤਾ ਕਿ ਨਹੀਂ? ਜ਼ਿਕਰ ਕੀਤਾ ਨਾ ਉਹਨੇ ਪਈ ਕੀਤਾ ਨਾ ਤੁਸੀਂ ਜ਼ਿਕਰ ਕੀਤਾ, ਠੀਕ ਹੈ ਨਾ, ਮੈਂ ਨਜ਼ਾਰਾ ਨਹੀਂ ਕੀਤੀ ਵੀ ਮੈਨੂੰ ਪਤਾ ਤੇਰੀ ਗੱਲ, ਠੀਕ ਹੈ। ਵਾਲ ਵਗੈਰਾ ਉਹਨੇ ਛੋਟੇ ਕਰਾਏ? ਛੋਟੇ ਵਾਲ ਨੇ, ਦਾੜੀ ਮੁੰਨੀ, ਮੁੱਛਾਂ ਮੁੰਨੀਆਂ ਨੇ। ਅੱਛਾ, ਹਾਂ, ਆ ਸਾਰੀ ਮੁੱਛਾਂ ਵੀ ਮੁੰਨੀਆਂ ਹੋਈਆਂ, ਦਾੜੀ ਵੀ ਮੁੰਨੀ ਹੋਈ। ਯਾਨੀ ਕਿ ਉਹਨੂੰ ਜਾਣਨ ਵਾਲਾ ਬੰਦਾ ਵੀ ਉਹਨੂੰ ਪਛਾਣ ਨਹੀਂ ਸਕਦਾ। ਉਹ ਜਿਸ ਤਰ੍ਹਾਂ ਦਾ ਹੁਲੀਆ ਉਹਨੇ ਬਣਾਇਆ, ਬੜਾ ਹੁਲੀਆ, ਬੜਾ ਬਹੁਤ ਬੁਰਾ ਹੈ। ਅੱਛਾ, ਉਹਦੇ ਖੁੱਲੇ ਖੁੱਲੇ ਉਹਨੇ ਕੱਪੜੇ ਪਾਏ ਹੋਏ ਨੇ। ਪੁਲਿਸ ਆਈ ਵੀ ਕਿ ਨਹੀਂ ਆਏਗੀ? ਇਸ ਗੱਲ ਨੂੰ 15 ਕੁ ਮਿੰਟ ਹੋ ਗਏ ਨੇ। ਹਾਂ, ਤੁਸੀਂ ਕਾਲ ਕਰਾਈ? ਹਾਂ, 15 ਮਿੰਟ ਹੋ ਗਏ ਸੀ ਕਾਲ ਕੀਤੀ ਨੂੰ। ਅੱਛਾ, ਹਾਂ, 15 ਤੇ 20 ਮਿੰਟ ਤਕਰੀਬਨ ਹੋ ਹੀ ਗਏ ਨੇ ਨਾ। ਅਸੀਂ 5-7 ਮਿੰਟ ਉੱਥੇ ਵੀ ਖੜੇ ਰਹੇ ਆ। ਠੀਕ ਹੈ, ਜਦੋਂ ਖੜੇ ਰਹੇ ਆ, ਫਿਰ ਉਹਨੂੰ ਮੈਂ ਨਾ ਉਹ ਨਾ ਅੱਗੇ ਦੀ ਤੁਰਨ ਲੱਗਾ। ਫਿਰ ਮੈਂ ਨਾ ਜਿਵੇਂ ਮੈਂ ਕਿਹਾ ਪਾਣੀ ਪੀਣੀ, ਤੇ ਫਿਰ ਨਾ ਅੰਦਰ ਨਹੀਂ ਮੈਂ ਪੀਣਾ, ਮੈਂ ਕਿਹਾ ਪਾਰਾ ਤੇ ਚਲੀ ਗਈ ਅੰਦਰ ਨਹੀਂ, ਮੈਂ ਬੜਾ ਨਹੀਂ, ਮੇਰੇ ਮਗਰ ਪੁਲਿਸ ਲੱਗੀ ਹੋਈ ਹੈ, ਮੇਰੇ ਮਗਰ ਪੁਲਿਸ ਲੱਗੀ ਹੋਈ ਹੈ, ਮੈਂ ਬੜਾ ਨਹੀਂ ਇਹ ਗੱਲ ਕਰਦਾ। ਉਨੀ ਦੇਰ ਨੂੰ ਬਾਈ ਉਹਨੇ ਤੁਸੀਂ ਪੁੱਛਿਆ ਨਹੀਂ ਕਿ ਪੁਲਿਸ ਤੇਰੇ ਪਿੱਛੇ ਕਿਉਂ ਲੱਗੀ? ਨਹੀਂ ਪੁੱਛਿਆ? ਨਹੀਂ, ਜਦੋਂ ਪੁਲਿਸ ਆਈ ਨਾ, ਪੁਲਿਸ ਆ ਉੱਤੇ ਹੀ ਗਈ, ਉਸ ਟਾਈਮ ਮੇਰੇ ਕੋਲ ਖੜਾ ਹੋਇਆ। ਕਿੰਨਾ ਪੁਲਿਸ ਦਾ ਫਾਸਲਾ ਹੈਗਾ ਤੁਹਾਡਾ ਤੇ ਪੁਲਿਸ ਦਾ? ਥੋੜਾ ਜਿਹਾ, ਸਿਰਫ ਆ ਜਿੱਥੇ ਭਾਈ ਬੈਠਾ ਐ ਤਾਂ ਕੋਈ ਫਾਸਲਾ ਨਹੀਂ, ਐਵੇਂ ਬੰਦਾ ਹੱਥ ਫੜੇ ਤੇ ਪਕੜ ਲੈਂਦਾ। ਆ ਇੰਨਾ ਫਾਸਲਾ, ਇੱਥੇ ਹੀ ਉਹਨਾਂ ਗੱਡੀ ਖਿਲਾਰੀ, ਯਕਦਮ ਨਿਕਲਿਆ। ਜਦੋਂ ਉਹ ਭਾਈ ਨਿਕਲਿਆ ਨਾ, ਉਦੋਂ ਉਹਨੂੰ ਪਤਾ ਲੱਗਾ ਵੀ ਪੁਲਿਸ ਆ। ਠੀਕ ਹੈ, ਉਹਨੇ ਕੀ ਕੀਤਾ ਉਸ ਟਾਈਮ? ਉਸ ਟਾਈਮ ਉਹ ਜਿਹੜੇ ਭਾਈ ਉਹਨੇ ਸੀ ਨਾ, ਉਹਨੇ ਆਖਿਆ ਆ ਆਬਿਦ। ਮੈਂ ਤੁਹਾਨੂੰ ਦੱਸਿਆ ਸੀ ਸਾਰਾ ਅੱਗੇ ਫੋਨ ਤੇ। ਉਸ ਨੇ ਭਾਈ ਨੇ ਕਿਹਾ ਆ ਆਬਿਦ। ਠੀਕ ਹੈ, ਪੁਲਿਸ ਵਾਲੇ ਨੇ ਕਿਹਾ, ਪੁਲਿਸ ਵਾਲੇ ਨੇ ਕਹਿ ਕੇ ਉਹ ਸਕਿਆ ਆ ਆਬਿਦ। ਜਦੋਂ ਇੰਨੀ ਉਸ ਵੇਖਿਆ ਨਾ ਪੁਲਿਸ ਨੂੰ, ਉਸ ਬੰਦੇ ਨਿਕਲਦੇ ਨੂੰ, ਉਹ ਨਿਕਲ ਵੀ ਆਇਆ ਭਾਈ, ਉਹ ਵੱਜਿਆ, ਉਹ ਛਲਾਂਗ ਵਸਲਾਈ। ਕਿੱਥੇ? ਪਿੱਛੇ। ਅੱਛਾ, ਅਸੀਂ ਬਾਹਰਲੀ ਸਾਈਡ ਤੇ ਖੜੇ ਨੇ। ਜਦੋਂ ਮੈਂ ਨਾ ਕਿ ਪਾਰਕ ਵਿੱਚ ਆ ਜਾ ਸਕਾਂ, ਮੈਂ ਨਹੀਂ ਆਉਣਾ, ਮੇਰੇ ਮੁੰਡੇ ਪੁਲਿਸ ਲੱਗੀ ਹੋਈ। ਅੱਛਾ ਅੱਛਾ, ਉਸ ਟਾਈਮ ਉਹ ਛਲਾਂਗ ਉੱਥੋਂ ਹੀ ਫੜ ਕੇ ਨਾ, ਉਹ ਦੂਸਰੇ ਡੰਡੇ ਜੇ ਫੜ ਕੇ ਉਸ ਛਲਾਂਗ ਵਿੱਚ ਲਾ ਦੇ ਮਗਰ ਪੁਲਿਸ ਵਾਲਾ ਵੀ ਉਹਦੇ ਪਿੱਛੇ ਨਾ ਸੀ। ਠੀਕ ਹੈ, ਆਬਦ ਨੇ ਚੁੱਕ ਲਿਆ। ਆਬਦ ਨੇ ਬੁਸ਼ਰਾ ਨੂੰ ਚੁੱਕ ਲਿਆ। ਠੀਕ ਹੈ, ਕਿੱਥੋਂ ਚੁੱਕਿਆ? ਕਾਂਦਲੇ ਮੰਡੀ ਦੇ ਵਿੱਚ। ਅੱਛਾ, ਠੀਕ ਹੈ ਨਾ। ਉੱਥੋਂ ਬੁਸ਼ਰਾ ਨੂੰ ਉਹਨੇ ਆਪਣੀ ਮਰਜ਼ੀ ਤੋਂ ਗਈ ਹੈ ਜਾਂ ਉਹਨੇ ਚੁੱਕਿਆ, ਬੱਚੀ ਵੀ ਨਾਲ ਹੈ, ਬੱਚੀ ਨਾਲ ਹੈ, ਬੱਚੇ ਬਕਾਇਆ ਜਿਹੜੇ ਉੱਥੇ ਰਹਿ ਗਏ ਨੇ, ਤੇ ਬੁਸ਼ਰਾ ਨੂੰ ਉਹਨੇ ਚੁੱਕਿਆ। ਤੇ ਤੁਹਾਨੂੰ ਉੱਥੇ ਆਇਆ ਸੀ ਕਿ ਵੀ ਚੁੱਕੀ ਗਈ, ਜ਼ਬਰਦਸਤੀ ਲੈ ਕੇ ਗਿਆ, ਗਨ ਪੁਆਇੰਟ ਤੇ ਲੈ ਕੇ ਗਿਆ? ਜਦੋਂ ਚੁੱਕੀ ਗਈ ਨਾ, ਹਾਂ, ਉਹ ਆਪੇ ਦੇ ਕੋਲ ਸੀ, ਉਹਦੇ ਕੋਲ ਆਇਆ ਸੀ ਉਸ ਟਾਈਮ।
ਤੇ ਉਸ ਟਾਈਮ ਉਹਨੇ ਕੋਲ ਪਿਸਟਲ ਆਇਆ ਸੀ। ਹਾਂ ਪਿਸਟਲ ਅਸਲਾ ਅਸੀਂ ਜਦੋਂ ਨੱਸੇ ਸੀ ਨਾ ਕੁੜੀ ਨੇ ਮੰਗ ਰਹੀ ਨਾ ਉਦੋਂ ਸਾਨੂੰ ਉਹ ਅਸਲੇ ਨਾਲ ਉਹਨੇ ਸਾਨੂੰ ਬਹੁਤ ਡੱਕਿਆ। ਸਾਡੇ ਕੋਲ ਟਾਈਮ ਉਸ ਅਸਲਾ ਨਹੀਂ ਸੀ ਹੈਗਾ। ਅੱਛਾ ਉਹ ਅਸਲਾ ਕਰਦਾ ਵੀ ਫਰਾਂ ਕਰਦਾ ਨੱਸ ਗਿਆ। ਇਹ ਆ ਨਾ ਇਹ ਫਿਰ ਸਾਡੇ ਘਰਾਂ ਦੇ ਵਿੱਚ ਪਿਸਟਲ ਲੈ ਕੇ ਅੱਛਾ ਆਬਦ ਨਾਲ ਜਿਹੜਾ ਮਾਵੇ ਦੇ ਪਿਸਟਲ ਲੈ ਕੇ ਬੰਦੇ ਨਾਲ ਲੈ ਕੇ ਸਾਰੇ ਸਾਡੇ ਪਿੰਡਾਂ ਦੇ ਘਰਾਂ ਦੇ ਵਿੱਚ ਵੀ ਗਿਆ। ਤੇ ਇੱਥੇ ਮੇਰੇ ਘਰ ਨਹੀਂ ਵੜਿਆ ਇੱਥੇ ਬਾਜ਼ਾਰ ਦੇ ਵਿੱਚ ਉਹ 2 ਵਾਰੀ ਲੰਘਿਆ ਪਿਸਟਲ ਲੈ ਕੇ। ਇੱਕ ਵਾਰੀ ਮੇਰੇ ਸਾਹਮਣੇ ਹੋਇਆ ਫਿਰ ਉਹਨੇ ਮੇਰੇ ਨਾਲ ਗੱਲਾਂ ਬੜੀਆਂ ਹੀ ਉਸ ਟਾਈਮ ਕੀਤੀਆਂ। ਮੈਂ ਤੇਰੀ ਬੱਚੀ ਚੁੱਕ ਲੈਣੀ, ਮੈਂ ਇੰਜ ਕਰ ਲੈਣਾ ਧਮਕੀਆਂ ਲਾਉਂਦਾ ਸੀ। ਧਮਕੀਆਂ ਲਾਉਂਦਾ ਰਿਹਾ। ਫਿਰ ਉਹ ਸਾਡੇ ਨਾਲ ਫੋਨ ਤੇ ਵੀ ਗੱਲਾਂ ਸਾਡੀਆਂ ਹੁੰਦੀਆਂ ਰਹੀਆਂ। ਉਹਦੇ ਨਾਲ ਧਮਕੀਆਂ ਲਾਉਂਦੇ ਰਹੇ। ਉਹ ਫਿਰ ਉੱਥੇ ਮੰਡੀ ਤਾਂਦਲੇ ਵੀ ਗਿਆ। ਜਦੋਂ ਜਿਹੜੀ ਬਿਸ਼ਨਾ ਘਰ ਹੈਗੀ ਸੀ ਨਾ ਸਹੁਰੇ ਘਰ ਉਹਨਾਂ ਦੇ ਘਰ ਵੀ ਗਿਆ ਸੀ। ਅੱਛਾ ਉੱਥੇ ਗਿਆ। ਉਹਦਾ ਜਿਹੜਾ ਬੰਦਾ ਨਾ ਉਹ ਵੀ ਬੜਾ ਮਾਸ਼ਾਅੱਲਾ ਤਕੜਾ ਹੈ। ਬਿਸ਼ਨਾ ਤੇ ਜਿਹੜਾ ਅਗਲਾ ਬੰਦਾ ਸੀ ਨਾ ਉਹ ਵੀ ਮਾਸ਼ਾਅੱਲਾ ਤਕੜਾ। ਉਹਨੇ ਉਹਨੂੰ ਫੜ ਲਿਆ। ਉਹਨਾਂ ਨੂੰ ਫੜ ਲਿਆ ਪਿਸਟਲ ਉਹਦੇ ਕੋਲ ਖੋਹ ਲਿਆ। ਉਹਨੂੰ ਮਾਰੇ ਲੱਗਾ ਉਸ ਪਿਸਟਲ ਖੋਹ ਲਿਆ। ठीक है। ਉੱਥੋਂ जुतियां भी सुट के आ गया, पिस्टल सुट के आ गया, जान बचाई निकल गया। राय बुलर पार्क जो ननकाना में है, यहाँ से चौथी मरतबा जब आबिद फरार होता है तो ऐनी शाहिदीन क्या कहते हैं? आपका नाम जावेद है, आप यहाँ पर क्या मौजूद थे, क्या कर रहे थे? यहाँ पे हम मौजूद थे, बैठे हुए थे। तो पार्क में वैसे दोस्तों के साथ हम बैठने आते हैं शाम को भी, इस टाइम जब दोपहर है इस टाइम भी बैठने आते हैं। तो आबद नामी जो शख्स है 15 पे कॉल चलने के बाद जब मोहल्ले वालों से हमें पता चला है आबद नामी शख्स वो पार्क के अगली साइड पे था। जब SHO सिटी खालिक साहब आए हैं और 4 जवान उनके साथ थे, उन्होंने पार्क का ये गेट लगा हुआ था, ये जो फ्रंट गेट है ये लगा हुआ था, उन्होंने दीवार फलांगी उसके पीछे भागे हैं। राय बुलाल भट्टी की कब्र के ऊपर ये सीढ़ियाँ जाती हैं और जब वो सीढ़ियों के ऊपर भागा है और जवान 4 से 5 जवान उस लड़के के पीछे भागे हैं, पकड़ने की कोशिश की है। जबकि ये कब्रिस्तान बहुत बड़ा है, वीरान कब्रिस्तान होने की वजह से वो अंदर घने जंगल में चले गया। उसके बाद पुलिस को वो नहीं मिला, पुलिस उसके पीछे भागी है। उसने हमें भी लोगों को भी कहा इसको पकड़ो। जब हम उसके पीछे भागे हैं वो नहीं पकड़ हुआ किसी से। लोग पीछे भागे और पुलिस भी भाग में कुछ 6-7 सिविलियन थे और 10 जवान जो अपने पुलिस के थे SHO खालिक साहब के साथ, उन्होंने बहुत कोशिश की उसे पकड़ने। चला कि आम लोग भी उसके पीछे भाग। जी, जब पुलिस ने कहा ना कि इसे पकड़ो ये मुलजिम है, उसके बाद खालिक साहब के साथ आम सिविलियन लोग भी उसे पकड़ने गए हैं। लेकिन पहले लोगों को नहीं पता था ये कौन है, यहाँ पर वो आगे फिरता रहा, घूमता रहा। जी, उससे पहले नहीं पता था ये कौन है कौन नहीं है। लेकिन जंगल वीरान कब्रिस्तान बहुत बड़ा है, ऊपर जंगल है बहुत घना, उस वीरानगी की वजह से वो मुलजिम फरार होने में कामयाब हो गए। कितनी दूर तक पीछे जाते रहे और यहाँ पर कुछ सर्च ऑपरेशन भी हुआ है रात को? रात को सर्च ऑपरेशन हुआ है, दोपहर को भी हुआ। जो दोपहर का सर्च ऑपरेशन है उसके साथ मैं था, DPO साहब थे, DSP साहब थे, SHO सिटी थे, DC साहब, DC ननकाना। कितना बड़ा कब्रिस्तान है ये मैक्सिमम मेरे ख्याल में कुछ 10 या 12 एकड़ के राउंड बाउंड ये कब्रिस्तान। इसमें कोई छुपना चाहे तो छुप सकता है, इजीली छुप सकता है। मोटरवे ज्यादती केस का मरकजी मुलजिम आबिद किस तरह से यहाँ पर आता है, किस तरह से फरार होता है, आपने ये सारी कहानी उसकी साली की ज़ुबानी भी सुनी। लेकिन यहाँ पर सबसे पहले इसे रिपोर्ट करने वाले जो मुकामी सहाफ़ी हैं आसिफ इकबाल साहब, और ऐनी शाहिदीन से भी हमारी बात हुई है। आसिफ इकबाल साहब, हम ठीक उस जगह पर मौजूद हैं, ये पार्क की दीवार है और बिल्कुल इसके पीछे कब्रिस्तान है। जिस तरह से वो यहाँ से फलांग कर भाग जाता है, ये सारी जो डिटेल है, इन्होंने क्या देखा, क्या हकाइक हैं, आसिफ इकबाल साहब की ज़ुबानी। आसिफ साहब, हुआ क्या, कब आया, कितनी देर रहा, पुलिस के इदारे इतने चौकन्ना थे नहीं थे, क्या हुआ असल में? फरूक भाई, यहाँ पे जो हमारी बात हुई है, जब यहाँ पे हम मौके पे पहुँचे हैं ऐनी शाहिदीन से, या जो उनके मुताबिक तो वो यहाँ पे तकरीबन 2 घंटे से भी ज़ायद वक्त यहाँ पे उसने गुजारा है। क्योंकि वो जो उसकी जो साली है किश्वर बीबी, उसके पास ना तो उसके साथ कोई कम्युनिकेशन का कोई रब्ता, कोई फ़ोन था या कुछ था, वो उसकी गली में बैठा रहा है। कई लोगों ने ये भी कहा है कि वहाँ पे एक टी स्टॉल है, वहाँ से शायद उसने चाय भी पी है। लेकिन ये गैर मुसद्दक़ा एक बात है, लेकिन वो टी स्टॉल वाला इस बात को नहीं मानता। लेकिन ऐनी शाहिदीन ने कहा कि वहाँ पे वो मस्जिद के बाहर बैठा रहा है, अपनी साली का इंतज़ार करता रहा है, गली में घूमता रहा है, उसको ढूंढने के लिए भी वो नज़र आए। कहीं 1-2 दफ़ा उसने उसे इशारा भी किया है उसको, लेकिन उसका हुलिया जो बदला हुआ था, जिसकी वजह से उसकी साली उसको पहचान ना पाई। साली पहचान नहीं पाई तो कोई नहीं उसे पहचान सकता। कोई भी आम बंदे को तो पता ही नहीं था। उसकी साली ने उसको पहचाना ना, उसने 2-3 दफ़ा उसको इशारा किया। वो इस दौरान फिर वहाँ पे बैठा रहा, मस्जिद के पास इंतज़ार करता रहा। तकरीबन मेरे ख्याल में 2 से ढाई घंटे वो ननकाना की ये जो गली है
جس کو پرانا ننکانہ کی ایک گلی ہے وہاں پہ وہ گھومتا رہا ہے، بالکل پھرتا رہا ہے، بیٹھا رہا ہے. پھر اس کے بعد جب اس کی سالی کو جا رہی تھی بازار کسی کام سے تو اس نے اسے بلایا ہے، جیسے کہ آپ نے بات بھی کی ہے اس سے. انہوں نے اسے بلایا، اس نے کہا کہ میری بات سنو، میں عابد ہوں، اب تم نے بولنا نہیں، مجھے پارک میں آ کے ملو. وہ وہاں سے کہہ کے یہ جو گلی ہے یہاں سے پارک، یہ بلار جو پارک ہے اس سے ملکہ عابد وہاں سے آ گیا ادھر کو، اور اس کی سالی جو ہے وہ واپس چلی گئی ہے. واپس جا کے اس نے جو بھی اپنی پولیس کو اطلاع دی یا کسی کو بتایا یا جو بھی کیا، اس کے بعد وہ جب یہاں سے گھوم کے واپس آئی، یہ دورانیہ میرے خیال میں جو 15 پہ کال چلا دی یہاں پہ ایک شہری نے کہ یہاں پہ عابد آیا ہے، وہ تقریباً اس 15 کال کے تقریباً آدھے گھنٹے بعد وہ پولیس جو ہے یہاں پہ پہنچی ہے. اس دوران وہ اس کی اپنی سالی کے ساتھ باتیں کرتا کرتا ایگزیکٹ اس پوائنٹ تک پہنچ گیا. اس پوائنٹ پہ ہم کھڑے ہیں، اسی پوائنٹ پہ وہ موجود تھا. وہ جو گیٹ ہے وہاں پہ اس کی سالی نے کہا کہ اندر بیٹھتے ہیں، لیکن اس نے کہا نہیں میرے پیچھے پولیس ہے، اندر نہیں جانا. وہ وہاں سے باتیں کرتا کرتا یہاں پہ آ کر پہنچ گیا. یہاں سے پہنچا تو اس طرف سے جو این شاہدین ہیں ان کے مطابق پولیس آئی ہے، تھانہ سٹی کا ڈالا تھا، ایس ایچ او تھانہ سٹی، اس میں بابا عبد الخالق صاحب، ساتھ 2 کانسٹیبل اور یہ 3-4 بندے یہاں پہ آئے ہیں. میرے خیال میں جو اس کے فرار ہونے کی سب سے بڑی وجہ یہی ہے کہ پولیس نے اس کو بہتر طریقے سے مینیج نہیں کیا، سیریس نہیں لیا. انتہائی غیر سنجیدگی کا انہوں نے مظاہرہ کیا ہے. 25 منٹ یا 30 منٹ کے بعد پولیس آ رہی ہے. اگر یہاں پہ وہ کوئی ویسے ریڈ کرنا ہونا کوئی جوئے گا تو پولیس کو پورا انتظام کر کے آتی ہے تو پکڑ. اتنا ہائی پروفائل ملزم تھا، لیکن میرے خیال میں پولیس نے اس کو سیریس نہیں لیا. 4 افراد آئے اس کو لینے کے لیے، 4 ایس ایچ او کے ساتھ 2 کانسٹیبل آئے ہیں جو پیچھے بیٹھے تھے. یہاں پہ آ کے ایگزیکٹ انہوں نے اپنی گاڑی کو روکا ہے. ایک کانسٹیبل نیچے اترا ہے تو جو کالر تھا اس نے کہا یہ ہے جی عابد. جب اس نے کہا یہ عابد ہے، یہاں پہ وہ کانسٹیبل کھڑا ہے، یہاں سے وہ پھلانگ کے عابد صاحب سیدھا قبرستان پہ چلے گئے. یہاں پہ جو مقامی لوگ تھے 2-3 وہ اس کے پیچھے بھاگے ہیں کہ پتہ نہیں کون ہے کیا بات ہے، لیکن وہ جب تک اوپر چڑھ گئے. یہ جو قبرستان ہے یہ بالکل ویران ہے، بہت اندر سے بہت بڑا ہے اور ویران ہے، اور یہ اس میں سرنگیں ہیں، اس میں قبریں، یعنی کہ کسی بھی آدمی کا غائب ہونا بڑا آسان ہے. بہت آسان ہے کسی کا چھپنا. اس کے بعد پھر پولیس یہاں پہ آئی ہے اور اس نے پھر رات کو بھی سرچ آپریشن کیا تھوڑا بہت، اور پھر وہ یہاں پہ ڈھونڈتے رہے ہیں، کارڈن آف کیا رکھا ہے، لیکن وہ پھر اس کے بعد یہاں سے ہاتھ سے نکل گیا. ایسے ادھر علاقے میں کیا خوف و راز کی کیفیت ہے؟ لوگ بات کر رہے ہیں، کیا سوچ رہے ہیں، کیا کہہ رہے ہیں؟ بالکل بہت زیادہ خوف و راز ہے، خاص طور پہ وہ جو فیملی ہے جس کے ساتھ وہ ملا تھا، اس کی سالی، اس کے گھر والے، اس کے جس بندے نے فون پہ پولیس کو اطلاع دی، اس وقت وہ بالکل خوف زدہ ہیں، بہت زیادہ خوف زدہ ہیں. اتنے خوف زدہ ہیں کہ وہ اب بات بھی کرنے پہ تیار نہیں. بہت مشکل. خبریں تو یہ بھی آئی کہ وہ حراست میں لے لیا گیا تھا انہیں. بالکل. جب رات کو میں نے خبر یہ بریک کی ہے، خبر بریک ہونے کے بعد پھر وہ ڈی پی او آئے ہیں یہاں پہ، انہوں نے ان کی فیملی کو دوبارہ پولیس نے ان کو پکڑا ہے اور پکڑ کے پھر وہ لے کے گئے ہیں. وہ جو ڈسٹرکٹ پولیس آفیسر ہیں اسماعیل کھاڑک، انہوں نے وہاں پہ ان کے بیان شیان لیے ہیں یا ان سے پوچھا ہے دوبارہ سے پھر ساری بات. سارے معاملے کے بعد یہاں پر انتظامات بہتر کر لیے گئے ہیں کیا؟ ابھی جو فروغ میں دیکھ رہا ہوں یہاں پہ سول کپڑوں میں پولیس اہلکار تو تعینات ہیں، اس کے گھر کے ارد گرد بھی پولیس کی جو نفری سول کپڑوں میں موجود ہے، لیکن وہ جو جیسے انتظامات دیکھنے میں آ رہے ہیں کہ جیسے ہونے چاہیے تھے، اگر پولیس اس بات کو پکڑنا چاہتی اس کو رات کو بھی پکڑا جا سکتا تھا میرے خیال میں. اگر صبح بھی اس کو اگر ایک جس طرح سے وہاں پہ انویسٹیگیشن کا فوری طور پہ آغاز کیا، اگر یہاں پہ بھی ہوتا نا لاہور میں واقع بات، تو میرے خیال میں اس کا نکلنا یہاں پہ اتنا آسان نہیں تھا. اچھا، یہ جو قبرستان ہے، پرانا قبرستان ہے، یہ نکلتا کہاں پہ ہے؟ کس طرف اس کا راستہ نکلتا ہے؟ ڈیفینیٹلی یہ کوئی شہر اتنا بڑا نہیں ہے، یہاں سے کوئی پبلک ٹرانسپورٹ چلتی ہے یا پیدل چل کے کوئی میکسیمم کہاں تک جا سکتا ہے؟ کون سے گاؤں تک جا سکتا ہے؟ عینی شاہدین یا کوئی لوگ یا سورسز کیا کہہ رہے ہیں؟ جی فاروق، یہاں پہ یہ جو قبرستان ہے یہ ڈالر والا قبرستان اس کو کہتے ہیں. یہ جیسے آپ یہاں پہ دیکھ رہے ہیں، یہ ایک پہاڑ ہے ایسے، اس کو یہ 4 طرف سے یہ راستے لگتے ہیں. ایک اس طرف اس کے میاں میر کی بستی ہے، وہ علاقہ لگتا ہے. پھر اس رائٹ سائڈ پہ مغرب کی جانب آپ جائیں تو اس کو چیدی کوٹ، وہ بھی ایک گاؤں ہے، وہ لگتا ہے. پھر وہ آگے سے وہ گاؤں چلے جاتے ہیں، یہ بچے کی روڈ پہ چلا جاتا ہے. یہاں سے نکلنا اتنا آسان نہیں تھا، کیونکہ میرے خیال میں وہ اتنے دن سے بھاگا ہوا ہے، فزیکلی بھی تھکا ہوا ہوگا، سواری بھی نہیں ہے، پیدل وہ نہیں اتنا بھاگ سکتا تھا. اگر پولیس تھوڑا سا ایکٹیو رول کردار کرتی تو اس کو پکڑا جا سکتا تھا. بھی حدود سے نکلنا بہت زیادہ دیر، تو اگر کل کا بھی یہ واقعہ ہے تو کیا کتنے گاؤں پیدل چل کے جا سکتا ہے؟ کیا میرا نہیں خیال کہ ابھی بھی وہ کہیں باہر دور گیا ہوگا. میرے خیال میں ابھی بھی وہ یہاں پہ ننکانہ کی حدود میں ہی کہیں چھپا پڑا. یہ بھی ہو سکتا ہے کہ یہ جو قبرستان ہے یہیں پہ کہیں چھپا ہوا ہو ابھی بھی، کیونکہ یہ بہت اس میں چھپنا بہت آسان ہے. اب تک کی جو ساری کاروائی ہے ہم نے آپ کو دکھائی ہے،
मरकज़ी मुलजिम अभी तक मफरूर है, पुलिस को चकमा देने में 4 मरतबा कामयाब हो चुका है। और यहाँ के ऐनी शाहिदीन चौथी मरतबा यहाँ से वो फ़रार हुआ, उससे पहले आपको सारा रिपोर्ट करते रहे हैं। अभी तक सवालिया निशान है इदारों के ऊपर, इतना हाई प्रोफाइल केस है, लेकिन मुलजिम अभी तक आज़ाद है। अपने मेज़बान फ़ारूक शहबाज वड़ाइच को आज़ाद दीजिए अल्लाह ने के बाद।